ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਨ, ਪਰ ਤਕ ਗੁਰੂ ਨਿਸਤਾਰੇ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕਾ ਨਦਰ ਕਰਮ ਹੋਵੈ, ਹਿਰਦੇ ਤਿਨਾ ਸਮਾਣੀ। ਪੀਵਾ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੂ ਸੁਣੈ, ਜੋ ਕਾਲ ਕਿਰਪਾ ਕਰਾਏ। ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪੰਜਵਾਂ। ਮੰਗੋ ਰਾਮ ਤੇ ਇਕ ਦਾਨ, ਸਗਲ ਮਨੋਰਥ ਪੂਰਨ ਹੋਵੈ। ਸਿਮਰੋ ਤੁਮਰਾ ਨਾਮ ਰਹਾਉ, ਚਰਨ ਤੁਮਾਰੇ ਹਿਰਦੈ ਵਾਸਹਿ। ਸੰਤਨ ਕਾ ਸੰਗ ਭਾਵੋ, ਸੋਗ ਅਗਨ ਮੈਂ ਮਨ ਨਾ ਵਿਆਪੈ। ਆਠ ਪਹਿਰ ਗੁਣ ਗਾਵੋ, ਸਵਸਤ ਵਿਵਸਥਾ ਹਰ ਕੀ ਸੇਵਾ। ਮਧਿਅੰਤ ਪ੍ਰਭ ਜਾਪੁਣ, ਨਾਨਕ ਰੰਗ ਲੱਗਾ ਪਰਮੇਸ਼ਰ। ਬਾਹੁੜ ਜਨਮ ਨਾ ਛਾਪਣ, ਸਵਸਤ ਵਿਵਸਥਾ ਹਰ ਕੀ ਸੇਵਾ। ਮਧਿਅੰਤ ਪ੍ਰਭ ਜਾਪੁਣ, ਨਾਨਕ ਰੰਗ ਲੱਗਾ ਪਰਮੇਸ਼ਰ। ਬਹੁੜ ਜਨਮ ਨਾ ਛਾਪਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰ ਅਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ 682 ਅੰਕ 'ਤੇ ਸੁਸ਼ੋਭਿਤ ਹੈ। ਧਨਾਸਰੀ ਮਹੱਲਾ ਪੰਜਵਾਂ, ਧਨਾਸਰੀ ਰਾਗ ਦੇ ਵਿੱਚ ਹੈ। ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ। ਮੰਗੋ ਰਾਮ ਤੇ ਇਕ ਦਾਨ। ਸਾਹਿਬ ਜੀ ਕਹਿੰਦੇ ਨੇ ਵੀ ਮੈਂ ਪਾਰ ਬ੍ਰਹਮ ਪਰਮੇਸ਼ਰ ਤੋਂ ਕੇਵਲ ਤੇ ਕੇਵਲ ਇੱਕ ਹੀ ਦਾਨ ਮੰਗਦਾ ਹਾਂ। ਉਸ ਦਾਨ ਨੂੰ ਮੰਗਣ ਦੇ ਨਾਲ ਸਗਲ ਮਨੋਰਥ ਪੂਰਨ ਹੋਵੈ।
ਸਿਮਰੋ ਤੁਮਰਾ ਨਾਮ। ਸਾਰੇ ਮਨੋਰਥ ਜਿਹੜੇ ਨੇ ਉਹ ਪੂਰਨ ਹੋ ਜਾਂਦੇ ਨੇ। ਕੱਲੀ ਕੱਲੀ ਮੰਗ ਮੰਗਣ ਨਾਲੋਂ ਇੱਕੋ ਹੀ ਮੰਗ ਮੰਗੋ। ਉਹ ਮੰਗ ਕਿਹੜੀ ਹੈ? ਸਿਮਰੋ ਤੁਮਰਾ ਨਾਮ, ਵੀ ਮੈਂ ਤੇਰਾ ਨਾਮ ਸਿਮਰਦਾ ਰਹਾਂ। ਉਹਦੀ ਕਿਰਪਾ ਤੋਂ ਬਿਨਾਂ ਵਾਹਿਗੁਰੂ ਨਹੀਂ ਕਿਹਾ ਜਾਂਦਾ। ਉਹਦੀ ਕਿਰਪਾ ਤੋਂ ਬਿਨਾਂ ਬਾਣੀ ਨਹੀਂ ਪੜ੍ਹੀ ਜਾਂਦੀ, ਨਾ ਸੁਣੀ ਜਾਂਦੀ ਹੈ, ਨਾ ਵਿਚਾਰੀ ਜਾਂਦੀ ਹੈ। ਜਦੋਂ ਉਹ ਦਾਤ ਬਖਸ਼ਿਸ਼ ਕਰਦਾ ਫਿਰ ਇਹਦਾ ਚਿੱਤ ਕਰਦਾ ਬਾਣੀ ਪੜ੍ਹਨ ਨੂੰ, ਸੁਣਨ ਨੂੰ, ਵਿਚਾਰਨ ਨੂੰ, ਸਿਮਰਨ ਕਰਨ ਨੂੰ। ਸੋ ਉਹਦੇ ਕੋਲੋਂ ਦਾਤ ਮੰਗੀਏ। ਹੱਠ ਦੇ ਨਾਲ ਨਹੀਂ ਜਪਿਆ ਜਾਂਦਾ, ਹੱਠ ਦੇ ਨਾਲ ਬਾਣੀ ਨਹੀਂ ਪੜ੍ਹੀ ਜਾਂਦੀ। ਬੁੱਧੀ ਦੇ ਬਲ ਦੇ ਨਾਲ ਕੁਝ ਨਹੀਂ ਹੋਣਾ। ਸਹਿਜ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਉਹ ਬੁੱਧੀ ਨੂੰ ਬਲ ਬਖਸ਼ੇ। ਜਿਵੇਂ ਕਿ ਮੈਂ ਵਿਚਾਰਦਾ, ਮੈਂ ਪੜ੍ਹਦਾ, ਮੈਂ ਸੁਣਦਾ, ਫਿਰ ਨਹੀਂ ਹੋ ਸਕਦਾ। ਉਹ ਬਲ ਦੇਵੇ, ਉਹ ਬਾਣੀ ਸੁਣਾਵੇ, ਸੁਣ ਲਾਵੇ, ਫਿਰ ਸੁਣ ਸਕਦਾ। ਇਹ ਇੱਕ ਬੜੀ ਵੱਡੀ ਦਾਤ ਹੈ। ਅੰਮ੍ਰਿਤ ਵੇਲੇ ਦਾ ਉੱਠਣਾ, ਉੱਠ ਇਸ਼ਨਾਨ ਕਰ ਪ੍ਰਭਾਤੇ ਸੋਏ ਹਰ ਅਰਾਧੇ। ਇਹ ਜਿਨ੍ਹਾਂ ਨੂੰ ਦਾਤ ਮਿਲੀ ਹੈ ਉਹੀ ਉੱਠਦੇ ਨੇ। ਜਿਨ੍ਹਾਂ ਨੂੰ ਦਾਤ ਮਿਲਦੀ ਉਹੀ ਸਤਸੰਗ ਕਰਦੇ ਨੇ, ਸੰਗਤ ਵਿੱਚ ਆਉਂਦੇ ਨੇ, ਗੁਰੂ ਤੋਂ ਪੁੱਛਦੇ ਨੇ ਆਪਣੀਆਂ ਗਲਤੀਆਂ, ਆਪਣੀਆਂ ਕਮੀਆਂ। ਜਿਨ੍ਹਾਂ ਨੂੰ ਇੱਦਾਂ ਦੀ ਮੱਤ ਮਹਾਰਾਜ ਨੇ ਦਿੱਤੀ ਹੋਈ ਹੈ। ਨਹੀਂ ਤਾਂ ਮਨੁੱਖ ਕਹਿੰਦਾ ਵੀ ਮੈਂ ਸਿਆਣਾ, ਮੇਰੇ ਨਾਲ ਵੱਧ ਕੇ ਕੋਈ ਨਹੀਂ ਸਿਆਣਾ। ਆਪ ਸਕੋ ਦੀਰਘ ਕਰ ਮਾਨੈ, ਔਰਨ ਕੋ ਲਘੁ ਮਾਤ। ਜੋ ਮੈਂ ਕਹਿੰਦਾ, ਜੋ ਮੈਂ ਕਰਦਾ, ਇਹੋ ਹੀ ਸਰਵ ਸ੍ਰੇਸ਼ਟ ਹੈ ਅਤੇ ਸਹੀ, ਇਹੋ ਹੀ ਮਰਜ਼ਾਦਾ ਹੈ। ਦੂਸਰਿਆਂ ਨੂੰ ਤਾਂ ਮੈਂ ਲਗਾ ਮਾਤਰਾ ਸਮਝਦਾ ਹੈ। ਦੂਸਰਿਆਂ ਦਾ ਗਿਆਨ ਨਹੀਂ ਸਮਝਦਾ। ਦੂਸਰਿਆਂ ਦੀ ਬੰਦਗੀ ਨਹੀਂ ਸਮਝਦਾ। ਦੂਸਰਿਆਂ ਦੀ ਸੇਵਾ ਨਹੀਂ ਸਮਝਦਾ। ਦੂਸਰਿਆਂ ਦੀ ਮਰਜ਼ਾਦਾ ਨੂੰ ਮਰਜ਼ਾਦਾ ਨਹੀਂ ਸਮਝਦਾ। ਸੋ ਇਹ ਇੱਦਾਂ ਦਾ ਹੋ ਚੁੱਕਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜਿਹਨੂੰ ਇਹ ਦਾਤ ਦਿੰਦਾ ਹੈ ਨਾ, ਉਹ ਹੀ ਨਿਭਾ ਸਕਦਾ ਹੈ। ਜਦੋਂ ਦਾਤ ਬਖਸ਼ਿਸ਼ ਕਰ ਦਿੰਦਾ, ਇਹਨੂੰ ਹੰਕਾਰ ਵੀ ਨਹੀਂ ਆਉਂਦਾ। ਇਹ ਹੰਕਾਰ ਨਹੀਂ ਆਉਂਦਾ, ਕਿਉਂ? ਹਉਮੈ ਨੂੰ ਮਾਰ ਕੇ ਦਾਤ ਦਿੰਦਾ ਹੈ, ਉੱਦਾਂ ਦਾਤ ਹੀ ਨਹੀਂ ਦਿੰਦਾ। ਹੰਕਾਰ ਕਿਹਨੂੰ ਆਉਂਦਾ ਹੈ? ਸੋ ਜਿਹੜਾ ਮਨ ਦੇ ਹੱਠ ਦੇ ਨਾਲ ਕਰਦਾ, ਹੰਕਾਰ ਉਸੇ ਨੂੰ ਹੀ ਆਉਂਦਾ ਹੈ। ਸੋ ਆਪਣਾ ਨਾਮ ਜਪਣ ਦੀ ਮੈਨੂੰ ਦਾਤ ਦਿਓ। ਮੈਂ ਇੱਕੋ ਹੀ ਦਾਤ ਮੰਗਦਾ, ਤੇਰਾ ਨਾਮ ਜਪਾਂ। ਇਹਦੇ ਨਾਲ ਸਾਰੇ ਮਨੋਰਥ ਪੂਰਨ ਹੁੰਦੇ ਨੇ। ਰਹਾਓ ਚਰਨ ਤੁਮਾਰੇ ਹਿਰਦੈ ਵਾਸੈ, ਸੰਤਨ ਕਾ ਸੰਗ ਪਾਓ। ਮੈਂ ਚਾਹੁੰਦਾ ਕਿ ਜਿਹੜੇ ਤੇਰੇ ਚਰਨ ਕਮਲ ਹੈ ਉਹ ਮੇਰੇ ਹਿਰਦੇ ਵਿੱਚ ਵਸਣ। ਚਰਨ ਕਮਲ ਬਾਣੀ ਹੈ, ਸ਼ਬਦ ਹੈ। ਤੇਰਾ ਉਪਦੇਸ਼ ਸੁਣਾ ਵੀ ਅਤੇ ਮੇਰੇ ਹਿਰਦੇ ਵਿੱਚ ਵੀ ਵਸੇ। ਜੇ ਸੁਣੂੰਗਾ ਤਦੇ ਹੀ ਕਮਾਊਂਗਾ। ਜਿਹੜੀ ਚੀਜ਼ ਕਮਾਈ ਹੋਈ ਹੁੰਦੀ ਹੈ ਉਹ ਹਿਰਦੇ ਵਿੱਚ ਜਾਂਦੀ, ਜਿਹਦੀ ਕਮਾਈ ਨਹੀਂ ਹੁੰਦੀ ਉਹ ਹਿਰਦੇ ਵਿੱਚ ਨਹੀਂ ਜਾਂਦੀ। ਤਦੇ ਕਹਿਤਾ ਮਹਾਰਾਜ ਨੇ, ਕਿਆ ਪੜ੍ਹੀਆ ਕਿਆ ਬੁਨੀਐ, ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਜੇ ਸਹਿਜ ਅਵਸਥਾ ਹੀ ਨਹੀਂ ਬਣੀ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ, ਬਾਣੀ, ਕੀ ਫਾਇਦਾ? ਸਹਿਜ ਅਵਸਥਾ ਉਹਨਾਂ ਦੀ ਬਣਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਟਿਕ ਜਾਂਦੀ ਹੈ। ਸੋ ਹਿਰਦੇ ਵਿੱਚ ਜਿਹੜੀ ਚੀਜ਼ ਆਊਗੀ ਉਹ ਕਮਾਈ ਹੈ, ਉਹਨੂੰ ਕਮਾਈ ਕਿਹਾ ਜਾਂਦਾ ਹੈ। ਇਸ ਕਰਕੇ ਮੇਰੇ 'ਤੇ ਕਿਰਪਾ ਕਰ ਦਿਓ ਵੀ ਤੇਰੀ ਬਾਣੀ ਚਰਨ ਕਮਲ, ਚਰਨ ਤੁਮਾਰੇ ਹਿਰਦੇ ਵਾਸੇ, ਤੇਰੀ ਬਾਣੀ ਮੇਰੇ ਹਿਰਦੇ ਵਿੱਚ ਵਸ ਜਾਵੇ। ਅਤੇ ਉਹ ਕਿਵੇਂ ਵਸਦੀ ਹੈ? ਸੰਤਨ ਕਾ ਸੰਗ ਭਾਵੋ। ਜਿਹੜੇ ਸਤ ਸੰਗੀ ਨੇ, ਉਹਦੇ ਪਿਆਰੇ ਨੇ, ਸ਼ਾਂਤ ਆਤਮਾ ਨੇ। ਸੋ ਉਹ ਜਿਨ੍ਹਾਂ ਨੂੰ ਬਾਣੀ ਸਰਵਣ ਕਰਨ ਦਾ ਚਾਅ ਹੈ ਉਹਨੂੰ ਸੰਤ ਕਿਹਾ ਜਾਂਦਾ ਹੈ। ਜਿਹਨੂੰ ਸਰਵਣ ਕਰਨਾ ਆਉਂਦਾ ਹੈ ਉਹ ਸੰਤ ਹੈ। ਵੀ ਮੈਨੂੰ ਇਹੋ ਜਿਹੇ ਪਿਆਰਿਆਂ ਦਾ ਸੰਗ ਦੇ, ਉਹਨਾਂ ਦੀ ਕਿਰਪਾ ਦੇ ਨਾਲ ਹੀ ਸੋ ਤੇਰੀ ਬਾਣੀ
ਇਹ ਮੇਰੇ ਹਿਰਦੇ 'ਚ ਵੱਸਦੀ ਹੈ। ਬਾਣੀ ਨੂੰ ਉਹਨੇ ਜੇ ਹਿਰਦੇ 'ਚ ਵਸਾਉਣਾ ਹੈ, ਉਹਦੀ ਮਿਹਰ ਹੋਣੀ ਚਾਹੀਦੀ। ਉਹਦੀ ਮਿਹਰ ਜਦੋਂ ਹੋ ਜਾਂਦੀ, ਕਿਸੇ ਵੀ ਤਰੀਕੇ ਦੇ ਨਾਲ ਵਸਾ ਸਕਦਾ, ਕਿਸੇ ਵੀ ਤਰੀਕੇ ਦੇ ਨਾਲ। ਸੋ ਉਹਦੇ ਕੋਲ ਇੱਕ ਵਿਧੀ ਥੋੜ੍ਹੀ ਹੈ। ਉਹ ਜਦੋਂ ਉਪਦੇਸ਼ ਕਰਦਾ, ਹੁਣ ਕਿੰਨੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, 1430 ਅੰਗ ਹੈ। ਸੋ ਇਹਦੇ 'ਚ ਇੱਕ ਇੱਕ ਸ਼ਬਦ ਦੇ ਵਿੱਚ ਪੂਰਾ ਉਪਦੇਸ਼ ਹੈ, ਅਤੇ ਇੱਕ ਇੱਕ ਪੰਕਤੀ ਜਿਹੜੀ ਸਾਡਾ ਮਾਰਗਦਰਸ਼ਨ ਕਰਦੀ ਪਈ ਹੈ। ਔਰ ਅਨੇਕਾਂ ਵਿਧੀਆਂ ਦਿੱਤੀਆਂ ਹੋਈਆਂ ਨੇ। ਇਹ ਸਾਰੀਆਂ ਵਿਧੀਆਂ ਚਰਨ ਹਿਰਦੇ ਵਿੱਚ ਵਸਾਉਣ ਦੀਆਂ ਹੀ ਹੈ, ਚਰਨ ਕਮਲ। ਇਸ ਕਰਕੇ ਸੋ ਇਹ ਤਾਂ ਉਹਦੀ ਮੌਜ ਹੈ। ਉਹ ਦੇਖਦਾ ਵੀ ਹਾਂ ਵੀ ਇਹਦੇ ਹਿਰਦੇ ਵਿੱਚ ਕਿਵੇਂ ਬਾਣੀ ਦਾ ਵਾਸਾ ਹੋਣਾ। ਇਹ ਅੰਦਰੋਂ ਅਰਜ਼ੋਈ ਕਰਦਾ, ਜਦੋਂ ਬੇਨਤੀ ਕਰਦਾ, ਉਹ ਫਿਰ ਸਾਡੀ ਪਰਖ ਕਰਕੇ, ਸਾਡੇ ਭਾਂਡੇ ਨੂੰ ਪਰਖ ਕੇ ਉਸ ਹਿਸਾਬ ਦੇ ਨਾਲ ਉਹ ਵਸਤੂ ਪਾ ਦਿੰਦਾ ਹੈ। ਸੋ ਕਿਰਪਾ ਕਰ ਦਿਓ ਵੀ ਮੈਂ ਜਿਹੜੇ ਤੇਰੇ ਪਿਆਰੇ ਨੇ ਉਹਨਾਂ ਦੀ ਸੰਗਤ ਕਰਾਂ, ਉਹਨਾਂ ਦੇ ਨਾਲ ਵਿਚਰਾਂ, ਉਹਨਾਂ ਦੇ ਨਾਲ ਮੇਰੀ ਲੇਵਾ ਦੇਵੇ ਹੋ ਜਾਵੇ। ਸੰਤਨ ਸਿਓ ਮੇਰੀ ਲੇਵਾ ਦੇਵੀ, ਲੈਣਾ ਦੇਣਾ ਲੈਣ ਦੇਣ। ਸੰਤਨ ਸਿਓ ਵਿਹਾਰਾ, ਸੰਤਨ ਸਿਓ ਹਮ ਲਾਹਾ ਖਾਟਿਆ, ਅਟੁੱਟ ਭਰੇ ਭੰਡਾਰਾ। ਸੋ ਐਸੀ ਮੇਰੇ 'ਤੇ ਕਿਰਪਾ ਕਰ ਦਿਓ, ਐਸੀ ਮਿਹਰ ਕਰ ਦਿਓ। ਸੋ ਅਗਨ ਮੈਂ ਮਨ ਨਾ ਵਿਆਪੈ, ਆਠ ਪਹਿਰ ਗੁਣ ਗਾਵੋ। ਜਿਹੜੇ ਸਤ ਸੰਗੀ ਹੁੰਦੇ ਨੇ, ਸੋਗ ਦੀ ਲਹਿਰ ਦੇ ਵਿੱਚ ਉਹ ਕਦੀ ਸੋਗ ਵਾਲੀ ਦੀ ਲਹਿਰ ਹੈ ਉਹਦੇ ਲਪੇਟੇ 'ਚ ਨਹੀਂ ਆਉਂਦੇ, ਸੋਗ ਤੋਂ ਉੱਪਰ ਹੋ ਜਾਂਦੇ। ਹਰ ਸੋਗ ਤੇ ਰਹੇ ਨਿਆਰੋ। ਉਹ ਜਦੋਂ ਕਿਰਪਾ ਕਰਦਾ, ਫਿਰ ਇਹ ਸੋਗ ਦੀ ਜਿਹੜੀ ਲਹਿਰ ਹੈ ਉਹਦੇ ਲਪੇਟੇ ਵਿੱਚ ਨਹੀਂ ਆਉਂਦਾ। ਸੋਗ ਅਗਨ ਮੈਂ ਮਨ ਨਾ ਵਿਆਪੈ। ਇਹ ਨਹੀਂ ਵੀ ਰੱਬ ਦੇ ਪਿਆਰਿਆਂ ਨੂੰ ਕੋਈ ਚਿੰਤਾ ਨਹੀਂ, ਉਹਨਾਂ ਦੇ ਨਾਲ ਕਦੀ ਮਾੜਾ ਨਹੀਂ ਹੁੰਦਾ, ਉਹਨਾਂ ਨੂੰ ਕੋਈ ਦੁੱਖ ਨਹੀਂ, ਕੋਈ ਤਕਲੀਫ ਨਹੀਂ, ਪਰ ਉਹ ਇਹਨਾਂ ਦੁੱਖਾਂ ਦੇ ਵਿੱਚ ਕਦੀ ਰੁੜਦੇ ਨਹੀਂ ਹੈ। ਦੁੱਖ ਆਉਂਦੇ ਨੇ ਪਰ ਮਨ 'ਤੇ ਕੋਈ ਅਸਰ ਨਹੀਂ ਹੁੰਦਾ। ਅੱਗ ਹੈ ਸੋਗ ਦੀ, ਇੱਕ ਅੱਗ ਲਟਾ ਲਟ ਬਲਦੀ ਪਈ ਹੈ, ਸੋ ਮਨ 'ਤੇ ਅਸਰ ਹੁੰਦਾ ਜਦੋਂ ਸੋਗ ਨੂੰ ਸੋਗ ਕਿਹਾ ਜਾਂਦਾ ਹੈ। ਸੋ ਮਨ 'ਤੇ ਅਸਰ ਹੋਣ ਹੀ ਨਹੀਂ ਦਿੰਦੇ। ਮਨ ਨਾ ਵਿਆਪੈ, ਕਾਰਨ ਕੀ, ਕਿਉਂ ਨਹੀਂ ਅਸਰ ਹੁੰਦਾ ਵੀ? ਆ ਜਿਹੜੇ ਸੰਸਾਰਕ ਦੁੱਖ ਨੇ, ਫਿਕਰ ਨੇ, ਚਿੰਤਾਵਾਂ ਨੇ, ਝਮੇਲੇ ਨੇ, ਕਿਉਂ ਨਹੀਂ ਅਸਰ ਕਰਦੇ? ਕਹਿੰਦੇ ਆਠ ਪਹਿਰ ਗੁਣ ਗਾਓ। ਸੋ ਹਰ ਵਕਤ ਰੱਬ ਦੇ ਪਿਆਰੇ ਉਸ ਦੇ ਗੁਣ ਗਾਉਂਦੇ। ਇਹ ਦਾਤ ਰੱਬ ਦਾ ਪਿਆਰਾ ਮੰਗਦਾ ਹੈ ਵੀ ਮੈਨੂੰ ਐਸੀ ਦਾਤ ਦਿਓ, ਕਿਰਪਾ ਕਰ ਦਿਓ ਮੇਰੇ 'ਤੇ, ਰਹਿਮਤ ਕਰ ਦਿਓ। ਕਹਿੰਦੇ ਸਵਸਤ ਵਿਵਸਥਾ ਹਰ ਕੀ ਸੇਵਾ, ਮਧ ਅੰਤ ਪ੍ਰਭ ਜਾਪਣ। ਚਾਹੇ ਸਰੀਰ ਤੰਦਰੁਸਤ ਹੋਵੇ, ਸਵਸਥ ਵਿਵਸਥਾ ਹਰ ਕੀ ਸੇਵਾ, ਤੇਰੀ ਮੈਂ ਸੇਵਾ ਕਰਾਂ। ਚਾਹੇ ਸਰੀਰ ਤੰਦਰੁਸਤ ਆ, ਚਾਹੇ ਤੰਦਰੁਸਤ ਨਹੀਂ ਹੈ, ਸੇਵਾ ਤੇਰੀ ਕਰਾਂ। ਜਾਂ ਕਹੀਏ ਰੱਬ ਦੇ ਪਿਆਰੇ ਸੋ ਸਮਝਦੇ ਨੇ ਵੀ ਜਿਹੜੀ ਹਰੀ ਦੀ ਸੇਵਾ, ਇਹਦੇ ਨਾਲ ਹੀ ਸਵਸਥ ਅਵਸਥਾ ਹੁੰਦੀ ਹੈ, ਤੰਦਰੁਸਤੀ ਇਹਨੂੰ ਕਿਹਾ ਜਾਂਦਾ ਹੈ। ਜੇ ਸੇਵਾ ਹੀ ਨਹੀਂ, ਉਹ ਤੰਦਰੁਸਤੀ ਥੋੜ੍ਹੀ ਹੈ। ਉਹ ਕਾਹਦੀ ਤੰਦਰੁਸਤੀ ਹੈ? ਆਤਮਿਕ ਤੰਦਰੁਸਤੀ ਦੀ ਗੱਲ ਕਰਦੇ ਨੇ, ਜਿਹੜੀ ਆਤਮਿਕ ਤੰਦਰੁਸਤੀ ਹੈ। ਜਦੋਂ ਮਨ ਅੰਦਰ ਸੇਵਾ ਕਰਨ ਦਾ ਚਾਅ ਹੈ, ਬਾਣੀ ਪੜ੍ਹਨ ਦਾ ਚਾਅ, ਹਰ ਕੀ ਸੇਵਾ ਬਾਣੀ ਪੜ੍ਹਨੀ, ਸੁਣਨੀ, ਸੁਣਾਉਣੀ, ਸਮਝਣੀ, ਸਾਰੀ ਹਰ ਕੀ ਸੇਵਾ ਆ, ਉਹਨੂੰ ਤੰਦਰੁਸਤੀ ਕਿਹਾ ਜਾਂਦਾ ਹੈ। ਸਵਸਥ ਵਿਵਸਥਾ ਹਰ ਕੀ ਸੇਵਾ, ਮਧ ਅੰਤ ਪ੍ਰਭ ਜਾਪਣ। ਜਦੋਂ ਇਹ ਹਰੀ ਦੀ ਸੇਵਾ ਕਰਦਾ, ਪਰਮਾਤਮਾ ਪਰਮੇਸ਼ਰ ਦੀ, ਇਹਨੂੰ ਹਰ ਇੱਕ ਦੇ ਵਿੱਚ ਰੱਬ ਦੇ ਮਧ ਅੰਤ, ਸੋ ਇਹਨੂੰ ਸਭਨਾਂ ਦੇ ਵਿੱਚ ਰੱਬ ਜਿਹੜਾ ਉਹ ਪ੍ਰਤੀਤ ਹੁੰਦਾ, ਵਿਚਕਾਰ ਅੰਤ ਅਖੀਰ ਤਿੱਕਰ। ਸੋ ਆਪਣੇ ਵਿੱਚ ਮਧ ਅੰਤ, ਇਹਨੂੰ ਫਿਰ ਆਪਣੇ ਵਿੱਚ ਰੱਬ ਦਿਸਦਾ ਅੰਤ ਅਖੀਰ ਤਿੱਕਰ। ਜਦੋਂ ਸੋ ਇਹ ਹਰੀ ਦੀ ਸੇਵਾ ਨੂੰ ਹੀ ਸਵਸਥ
ਅਵਸਥਾ ਸਮਝਦਾ ਹੈ। ਨਾਨਕ ਰੰਗ ਲੱਗਾ ਪਰਮੇਸ਼ਰ, ਬਹੁੜ ਜਨਮ ਨਾ ਛਾਪਣ। ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਰੰਗ ਲੱਗ ਜਾਂਦਾ ਹੈ, ਕਹਿੰਦੇ ਉਹਨਾਂ ਦਾ ਮੁੜ ਕੇ ਦੁਬਾਰਾ ਜਨਮ ਨਹੀਂ ਹੁੰਦਾ, ਨਾ ਹੀ ਛਾਪਣ। ਛਾਪਣ ਲੇਖ ਛਪ ਜਾਂਦੇ ਨੇ ਜਿਹੜੇ, ਜਦ ਜਨਮ ਹੀ ਨਹੀਂ ਹੋਣਾ ਤਾਂ ਲੇਖ ਕਾਹਤੇ ਛਪਣੇ ਨੇ। ਛਾਪਣ ਛੁਪਣ ਨੂੰ ਵੀ ਕਹਿੰਦੇ ਮੌਤ ਨੂੰ ਕਹਿੰਦੇ ਨੇ। ਜਦ ਜਨਮ ਨਹੀਂ ਹੋਣਾ ਤੇ ਮੌਤ ਕਿੱਧਰੋਂ ਹੋ ਜਾਣੀ ਹੈ। ਤਨਾਸਰੀ ਮਹਲਾ ਪੰਜਵਾਂ। ਮੰਗੋ ਰਾਮ ਤੇ ਸਭ ਥੂਕ। ਹੇ ਪ੍ਰਮਾਤਮਾ ਪਰਮੇਸ਼ਰ, ਮੈਂ ਤਾਂ ਤੇਰੇ ਕੋਲੋਂ ਹੀ ਸਭ ਕੁਝ ਮੰਗਦਾ, ਕਿਉਂਕਿ ਤੇਰੇ ਕੋਲ ਜਦੋਂ ਇੱਕ ਵਾਰੀ ਮੰਗੀਦਾ ਨਾ, ਥੋਕ ਵਿੱਚ ਮਿਲ ਜਾਂਦਾ, ਬਹੁਤਾਤ ਵਿੱਚ ਮਿਲਦਾ। ਥੋਕ ਪਦਾਰਥਾਂ ਨੂੰ ਕਿਹਾ ਜਾਂਦਾ, ਥੋਕ ਬਹੁਤਾਤ ਨੂੰ ਕਿਹਾ ਜਾਂਦਾ ਹੈ। ਜੋ ਵੀ ਮੈਂ ਮੰਗਣਾ ਉਹ ਤੇਰੇ ਪਾਸੋਂ ਹੀ ਮੰਗਣਾ। ਕਿਉਂ? ਕਿਉਂਕਿ ਤੂੰ ਫਿਰ ਦੁਬਾਰਾ ਮੰਗਣ ਜੋਗਾ ਨਹੀਂ ਛੱਡਦਾ, ਮੁੜ ਕੇ ਮੰਗਣਾ ਹੀ ਨਹੀਂ ਪੈਂਦਾ ਜਦੋਂ ਇੱਕ ਵਾਰੀ ਮੰਗ ਲਈਦਾ। ਮਾਨੁਖ ਕੋ ਜਾਚਤ ਸ਼ਰਮ ਪਾਈਐ, ਪ੍ਰਭ ਕੈ ਸਿਮਰਨ ਮੁਖ। ਮਨੁੱਖ ਕੋਲੋਂ ਮੰਗਦਿਆਂ ਤਾਂ ਲੱਜਾ ਆਉਂਦੀ ਹੈ, ਸ਼ਰਮ ਆਉਂਦੀ ਹੈ। ਇਸ ਕਰਕੇ ਮਨੁੱਖ ਤੋਂ ਕਾਹਨੂੰ ਮੰਗਣਾ, ਰੱਬ ਤੋਂ ਮੰਗਣਾ। ਹੁਣ ਰੱਬ ਤੋਂ ਮੰਗਾਂਗੇ ਨਾਲੇ ਸਿਮਰਨ ਹੋ ਜਾਂਦਾ। ਜਦੋਂ ਅਸੀਂ ਰੱਬ ਕੋਲੋਂ ਮੰਗਦੇ ਹਾਂ, ਰੱਬ ਦਾ ਨਾਂ ਲੈ ਕੇ ਹੀ ਮੰਗਦੇ ਹਾਂ, ਇਹ ਦੋ ਚੀਜ਼ਾਂ ਮਿਲ ਜਾਂਦੀਆਂ, ਦੋ ਜਹਾਨਾਂ ਦਾ ਸੁੱਖ ਮਿਲ ਜਾਂਦਾ ਜਦੋਂ ਰੱਬ ਤੋਂ ਮੰਗਦੇ ਹਾਂ। ਇੱਕ ਤਾਂ ਇਸ ਜਹਾਨ ਦੇ ਪਦਾਰਥ ਲੋੜਾਂ ਪੂਰੀਆਂ, ਦੂਸਰਾ ਮੋਖ, ਮੁਕਤੀ ਮਿਲਦੀ ਹੈ। ਲੇਖੇ ਨਹੀਂ ਹੁੰਦੇ, ਲੇਖੇ ਕੱਟੇ ਜਾਂਦੇ ਆ। ਰਹਾ ਘੋਖੇ ਮੁਨ ਜਨ ਸਿਮਰਤ ਪੁਰਾਨਾ, ਵੇਦ ਪੁਕਾਰੈ ਘੋਖ। ਮੁਨੀ ਜਨ ਜਿਨ੍ਹਾਂ ਨੇ ਸਿਮਰਤੀਆਂ ਲਿਖੀਆਂ, ਵੇਦ ਲਿਖੇ, ਪੁਰਾਣ ਲਿਖ ਦਿੱਤੇ, ਮੁਨੀਆਂ ਨੇ ਲਿਖੇ ਘੋਖ ਕੇ ਲਿਖੇ ਨੇ, ਵਿਚਾਰ ਕੇ ਲਿਖੇ ਨੇ। ਬਿਨਾਂ ਵਿਚਾਰਨ ਤੋਂ ਲਿਖਿਆ ਨਹੀਂ ਜਾ ਸਕਦਾ। ਸੋ ਨਾਲੇ ਸਿਮਰਤੀ ਵੱਲੋਂ ਆਪਣੀ ਸੋਚ ਅਨੁਸਾਰ ਲਿਖਦੇ ਸੀ। ਸਿਮਰਤੀ ਜੋ ਸਿਮਰਤੀ ਯਾਦ, ਜੋ ਪੜ੍ਹਿਆ ਸੁਣਿਆ ਉਸਨੂੰ ਵਿਚਾਰਿਆ, ਫਿਰ ਕੀ ਰਿਜ਼ਲਟ ਕੱਢਦੇ ਉਸ ਅਨੁਸਾਰ। ਆ ਸਿਮਰਤੀਆਂ ਸਾਰੀਆਂ ਰਿਸ਼ੀਆਂ ਮੁਨੀਆਂ ਦੀ ਯਾਦ ਹੈ, ਉਹਨਾਂ ਦੀ ਆਪਣੀ ਸੋਚ ਹੈ, ਉਹਨਾਂ ਦੀ ਆਪਣੀ ਥਿੰਕਿੰਗ ਹੈ। ਪੜ੍ਹਿਆ ਪਰ ਵੇਦਾਂ ਨੂੰ ਹੈ, ਸ਼ਾਸਤਰਾਂ ਨੂੰ ਹੈ। ਵੇਦਾਂ ਨੂੰ ਪੜ੍ਹ ਕੇ ਸ਼ਾਸਤਰ ਲਿਖੇ ਨੇ, ਲਿਖੇ ਕਿ ਨੇ ਰਿਸ਼ੀਆਂ ਮੁਨੀਆਂ ਨੇ। ਰਿਸ਼ੀ ਮੁਨੀ ਵਿਦਵਾਨ ਹੁੰਦੇ ਸੀਗੇ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਘੋਖੇ ਮੁਨ ਜਨ ਸਿਮਰਤ ਪੁਰਾਨਾ, ਵੇਦ ਪੁਕਾਰੇ ਘੋਖ। ਇਹਨਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਵੀ ਦੇਖ ਲਿਆ। ਕਿਰਪਾ ਸਿੰਧ ਸੇਵ ਸੱਚ ਪਾਈਐ, ਦੋਵੇਂ ਸੁਹੇਲੇ ਲੋ। ਕੀ ਖੋਜਿਆ, ਕੀ ਲੱਭਾ? ਕਿਰਪਾ ਦਾ ਸਮੁੰਦਰ ਕੌਣ? ਰੱਬ ਪਰਮਾਤਮਾ। ਸੋ ਉਹ ਸੱਚ ਨੂੰ ਪਾਇਆ ਜਾਂਦਾ ਉਹਦਾ ਨਾਮ ਲੈ ਕੇ, ਉਹਨੂੰ ਯਾਦ ਕਰਕੇ। ਦੋਵੇਂ ਸੁਹੇਲੇ ਲੋਕ, ਜਿਹੜਾ ਉਹਨੂੰ ਯਾਦ ਕਰਦਾ ਉਹਨਾਂ ਦੋਨੋਂ ਲੋਕ ਜਿਹੜੇ ਸੁਹੇਲੇ ਹੋ ਜਾਂਦੇ ਨੇ, ਇਹ ਲੋਕ ਵੀ ਪਰਲੋਕ ਵੀ। ਆਨ ਅਚਾਰ ਹੈ ਜੇਤੇ, ਬਿਨ ਹਰ ਸਿਮਰਨ ਫੋ। ਆਨ ਅਚਾਰ ਬਿਹਾਰ ਹੈ ਜੇਤੇ। ਹੋਰ ਜਿੰਨੀਆਂ ਵੀ ਧਾਰਮਿਕ ਰੀਤਾਂ, ਰਸਮਾਂ, ਰਿਵਾਜ਼ਾਂ, ਮਰਿਆਦਾਵਾਂ ਬਣਾਈਆਂ ਹੋਈਆਂ ਨੇ, ਜੇ ਸਿਮਰਨ ਨਹੀਂ ਹੈ, ਪ੍ਰੇਮ ਨਹੀਂ ਹੈ, ਤਾਂ ਫੋਕ ਹੀ ਹੈ ਸਾਰੇ। ਫੋਕ ਹੈ, ਸਭ ਕੁਛ ਦਿਖਾਵਾ ਹੈ। ਇਹਨੂੰ ਕਹਿਤਾ ਮਹਾਰਾਜ ਨੇ ਕਾਰਮ ਧਰਮ ਪਖੰਡ ਜੋ ਦਿਸੈ। ਸੋ ਫੋਕੀ ਮਰਜ਼ਾਦਾ, ਪ੍ਰੇਮ ਨਹੀਂ ਹੈ, ਪਿਆਰ ਨਹੀਂ ਹੈ, ਸਿਮਰਨ ਨਹੀਂ ਹੈ, ਉਹਨੂੰ ਮਹਾਰਾਜ ਨੇ ਫੋਕੀ ਕਹਿਤਾ। ਕਹਿੰਦੇ ਫੋਕ ਹੈ ਸਾਰਾ। ਨਾਨਕ ਜਨਮ ਮਰਨ ਭੈ ਕਾਟੇ, ਮਿਲ ਸਾਧੂ ਬਿਨ ਸੇਸੋ। ਪੂਰਨ ਗੁਰੂ ਦੇ ਨਾਲ ਜਦੋਂ ਮਿਲਾਪ ਹੁੰਦਾ ਹੈ, ਸਾਰੇ ਜਿਹੜੇ ਸੋਗ ਨੇ ਉਹ ਮਿਟ ਜਾਂਦੇ ਨੇ, ਸੋਕਾ ਮਿਟ ਜਾਂਦਾ, ਚਿੰਤਾ ਮਿਟ ਜਾਂਦੀ ਹੈ,
ਤੇ ਜੰਮਣਾ ਮਰਨਾ, ਇਹ ਜਿਹੜਾ ਡਰ ਹੈ, ਭੈ ਹੈ, ਇਹ ਸਾਰਾ ਕੱਟਿਆ ਜਾਂਦਾ ਹੈ। ਧਨਾਸਰੀ ਮਹਲਾ ਪੰਜਵਾ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ ਬੁਝੈ। ਅਦਕ ਦੇ ਨਾਲ ਨਹੀਂ ਪੜ੍ਹਨਾ, ਬੁਝੈ ਪੜ੍ਹਨਾ। ਸੋ ਜਿਹੜੀ ਤ੍ਰਿਸ਼ਨਾ ਨਾ, ਤ੍ਰਿਸ਼ਨਾ ਦੀ ਅੱਗ ਹੈ, ਹਰੇਕ ਦੇ ਅੰਦਰ ਲਟਾ ਲਟ ਬਲਦੀ ਪਈ ਹੈ, ਕਿੱਥੇ ਬੁਝਦੀ ਹੈ? ਤਾਂ ਇਹ ਤਾਂ ਸੰਤੋਖ ਦੇ ਨਾਲ ਬੁਝਦੀ, ਬਿਨਾਂ ਸੰਤੋਖ ਨਹੀਂ ਕੋ ਰਾਜਾ। ਸੰਤੋਖ ਗੁਰੂ ਦੇ ਬਚਨ ਦੇ ਨਾਲ ਆਉਂਦਾ। ਮਹਾਰਾਜ ਕਹਿੰਦੇ ਮਹਾ ਸੰਤੋਖ ਹੋਵੇ ਗੁਰ ਬਚਨੀ। ਗੁਰੂ ਦੇ ਬਚਨਾਂ ਦੇ ਨਾਲ ਮਹਾ ਸੰਤੋਖ ਮਿਲਦਾ ਹੈ। ਨਾਮ ਜਪਣ ਦੇ ਨਾਲ ਹੀ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਉਹ ਸ਼ਾਂਤ ਹੁੰਦੀ ਹੈ, ਬੁਝਦੀ ਹੈ। ਮਹਾ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਗੁਰਬਾਣੀ ਪੜ੍ਹਨ ਸੁਣਨ ਦੇ ਨਾਲ, ਵਿਚਾਰਨ ਦੇ ਨਾਲ ਮਹਾ ਸੁੱਖ ਪ੍ਰਾਪਤ ਹੁੰਦਾ ਹੈ। ਗੁਰਬਚਨੀ, ਗੁਰਬਚਨੀ ਗੁਰਬਾਣੀ। ਜਿਹੜਾ ਸੰਤੋਖੀ ਹੁੰਦਾ ਹੈ ਉਹਦਾ ਪ੍ਰਮਾਤਮਾ ਦੇ ਨਾਲ ਧਿਆਨ ਲੱਗਦਾ ਹੈ। ਜੇ ਮਨ ਵਿੱਚ ਸੰਤੋਖ ਹੀ ਨਹੀਂ ਹੈ, ਵਿਕਾਰ ਇਹਨੂੰ ਤੜਫਾ ਰਹੇ ਨੇ, ਤੇ ਕਿਵੇਂ ਇਹਦਾ ਧਿਆਨ ਜੁੜ ਜਾਊਗਾ? ਜੇ ਧਿਆਨ ਨਹੀਂ ਜੁੜਨਾ ਤਾਂ ਫਿਰ ਸਹਿਜ ਨਹੀਂ ਹੋਣਾ। ਧਿਆਨ ਤੋਂ ਬਿਨਾਂ ਸਹਿਜ ਨਹੀਂ ਕਦੀ ਆ ਸਕਦਾ। ਧਿਆਨ ਤਾਂ ਪਦਾਰਥਾਂ ਦੇ ਵਿੱਚ ਹੈ, ਧਿਆਨ ਤਾਂ ਲੋਭ ਖਿੱਚ ਕੇ ਲੈ ਗਿਆ। ਤੇ ਕਿਸ ਤਰੀਕੇ ਦੇ ਨਾਲ ਧਿਆਨ ਇਹਦਾ ਸੰਤੋਖ ਹੋਵੇਗਾ? ਕਿਵੇਂ ਧਿਆਨ ਲੱਗੇਗਾ? ਰਹਾਓ ਮਹਾ ਕਲੋਲ ਬੁਝ ਹੈ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ। ਇੱਥੇ ਬੁਝ ਹੈ ਅਦਕ ਨਾ ਪੜ੍ਹਨਾ ਪਵੇਗਾ। ਬੁਝ ਹੈ ਹੁੰਦਾ ਸਮਝਣਾ, ਜਾਣਨਾ। ਮਾਇਆ ਕਲੋਲ ਕਰਦੀ ਹੈ। ਕਲੋਲ ਕੀ ਹੁੰਦਾ? ਕਦੀ ਚੀਜ਼ ਦੇ ਦਿੱਤੀ, ਕਦੀ ਲੈ ਲਈ, ਫੇਰ ਖੋਹ ਲਈ, ਫੇਰ ਦੇ ਦਿੱਤੀ, ਕਦੀ ਹਸਾਤਾ, ਕਦੀ ਰਵਾਤਾ। ਬੱਚਿਆਂ ਦੇ ਨਾਲ ਮਾਂ ਬਾਪ ਕਲੋਲ ਕਰਦੇ ਹੈ, ਕਦੀ ਹਸਾਉਂਦੇ ਨੇ, ਕਦੀ ਰਵਾਉਂਦੇ ਨੇ। ਮਾਂ ਕਲੋਲ ਕਰਦੇ ਹੀ ਹੈ ਬੱਚੀ, ਮਾਂ ਬੱਚੇ ਦੇ ਨਾਲ। ਸੋ ਕਲੋਲ ਤਾਂ ਰੱਬ ਵੀ ਕਰਦਾ ਹੈ, ਪਰਮਾਤਮਾ ਪਰਮੇਸ਼ਰ ਵੀ ਕਲੋਲ ਕਰਦਾ ਹੈ। ਸੋ ਇਹ ਸਮਝ ਦੀ ਗੱਲ ਹੈ। ਜਿਹਨੇ ਤਾਂ ਰੱਬ ਨੂੰ ਜਾਣ ਲਿਆ, ਰੱਬ ਦੇ ਹੁਕਮ ਨੂੰ ਜਾਣ ਲਿਆ, ਉਹ ਰੱਬ ਦੇ ਕਲੋਲ ਸਮਝਦੇ ਨੇ ਵੀ ਰੱਬ ਦੇ ਕਲੋਲ ਨੇ ਸਾਰੇ। ਜਿੱਦਾਂ ਸਾਡੀ ਜ਼ਿੰਦਗੀ 'ਚ ਕਦੀ ਹਰਖ ਹੈ, ਕਦੀ ਸੋਗ ਹੈ, ਮਾਣ ਹੈ, ਅਪਮਾਨ ਹੈ, ਊਚ ਹੈ, ਨੀਚ ਹੈ। ਰੱਬ ਦੇ ਪਿਆਰੇ ਜਿਹੜੇ ਨੇ ਇਸ ਨੂੰ ਰੱਬ ਦੇ ਕਲੋਲ ਮੰਨਦੇ ਨੇ। ਹੁਣ ਜਿਹੜੇ ਬਾਣੀ ਦੇ ਨਾਲ ਨਹੀਂ ਜੁੜੇ ਹੋਏ ਉਹ ਮਾਇਆ ਦੇ ਕਲੋਲ, ਉਹਨਾਂ ਵਾਸਤੇ ਮਾਇਆ ਦੇ ਕਲੋਲ ਨੇ। ਮਾਇਆ ਦੇ ਕਲੋਲ ਹਰੇਕ ਦੇ ਨਾਲ ਹੋ ਰਹੇ ਨੇ। ਮਾਇਆ ਕਲੋਲ ਕਿੱਦਾਂ ਕਰਦੀ ਹੈ? ਦੇਤਾ ਲੈਤਾ ਪਦਾਰਥਾਂ ਦੇ ਨਾਲ ਖੇਡਾਂ ਹੀ ਖੇਡਦੀ ਮਾਇਆ। ਦੇਤਾ ਲੈਤਾ, ਕਦੀ ਅਮੀਰੀ, ਕਦੀ ਗਰੀਬੀ, ਕਦੀ ਰਾਜ ਭਾਵ ਮਿਲ ਗਿਆ, ਕਦੀ ਕੰਗਾਲ ਬਣ ਗਿਆ, ਕਦੀ ਮਾਣ ਹੋ ਗਿਆ, ਕਦੀ ਅਪਮਾਨ ਹੋ ਗਿਆ। ਜੇ ਕਲੋਲ ਵੀ ਮਾਇਆ ਕਰਦੀ ਤੇ ਕਰਦੀ ਰੱਬੀ ਹੁਕਮ 'ਚ ਹੀ ਹੈ। ਹੁਣ ਮਾਇਆ ਭਗਤਾਂ ਨਾਲ, ਜੇ ਹੁਣ ਰੱਬ ਕਲੋਲ ਕਰਦਾ ਭਗਤਾਂ ਦੇ ਨਾਲ, ਮਾਇਆ ਦੇ ਜ਼ਰੀਏ ਕਰਦਾ। ਮਾਇਆ ਨੂੰ ਹੁਕਮ ਹੈ। ਮਾਇਆ ਦੇ ਕਲੋਲਾਂ ਨੂੰ ਜਿਹੜਾ ਬੁੱਝ ਗਿਆ ਉਹ ਉਹਦੇ ਦਰ 'ਤੇ ਪ੍ਰਵਾਨ ਹੋ ਗਿਆ। ਤੇ ਸੱਜੇ ਕਿਤੇ ਮਾਇਆ ਦੇ ਕਲੋਲਾਂ ਨੂੰ ਬੁੱਝ ਨਹੀਂ ਸਕਦਾ। ਭੇਦ ਹੀ ਨਹੀਂ ਆਉਂਦਾ, ਸਮਝ ਹੀ ਨਹੀਂ ਪੈਂਦੀ ਵੀ ਇਹ ਮਾਇਆ ਕਲੋਲ ਕਰਦੀ ਪਈ ਹੈ, ਕਰਦੀ ਰੱਬੀ ਹੁਕਮ ਦੇ ਵਿੱਚ ਹੈ। ਹੁਣ ਜੇ ਪਰਮਾਤਮਾ ਪਰਮੇਸ਼ਰ ਦਾ ਹੁਕਮ ਨਾ ਹੋਵੇ ਤਾਂ ਮਾਇਆ ਕਿਉਂ ਕਰੇ? ਮਾਇਆ ਤਾਂ ਦਾਸੀ ਹੈ, ਮਾਇਆ ਤਾਂ ਉਹਦੀ ਸ਼ਕਤੀ ਹੈ। ਮਾਇਆ ਮਹਾਮਾਇਆ ਤਾਂ ਕੀ ਹੈ? ਛਾਇਆ। ਇਹ ਉਹਦੀ ਛਾਇਆ ਹੈ। ਜਦੋਂ ਆਪਾਂ ਤੁਰਦੇ ਹਾਂ ਤਾਂ ਛਾਇਆ ਸਾਡੀ ਨਾਲ ਰਹਿੰਦੀ ਹੈ। ਬੈਠਦੇ ਹਾਂ ਛਾਇਆ ਫੇਰ ਨਾਲ। ਕਦੀ ਸਾਡੇ ਸਾਹਮਣੇ ਹੋ ਕੇ ਵੀ ਨਹੀਂ ਛਾਇਆ ਬੈਠਦੀ, ਪਿੱਛੇ ਹੋ ਜਾਂਦੀ ਹੈ। ਛਾਇਆ ਪਿੱਛੇ ਹੀ ਬਹਿੰਦੀ ਹੈ। ਸੋ ਇਹ ਕਦੀ ਰੱਬ ਦੇ ਸਾਹਮਣੇ ਨਹੀਂ ਹੈ, ਪਿੱਛੇ ਹੈ। ਸ਼ਕਤੀ ਬੜੀ ਹੈ ਮਾਇਆ ਦੇ ਵਿੱਚ, ਤਾਕਤ ਬਹੁਤ ਹੈ, ਸਰਬ ਵਿਆਪਕ ਹੈ। ਜਾਂ ਰੱਬ ਸਰਬ ਵਿਆਪਕ ਹੈ ਜਾਂ ਮਾਇਆ ਸਰਬ ਵਿਆਪਕ ਹੈ।
ਪਰ ਇਸੇ ਹੀ ਕਰਕੇ ਇਹਦੇ ਵਿੱਚ ਤਾਕਤ ਹੈ, ਕਿਉਂਕਿ ਇਹ ਰੱਬ ਦੇ ਹੁਕਮ ਨੂੰ ਮੰਨਦੀ ਹੈ, ਰੱਬ ਦੇ ਹੁਕਮ ਦੇ ਅਨੁਸਾਰ ਚੱਲਦੀ ਹੈ। ਹੁਣ ਇਹ ਸੰਸਾਰ ਦੇ ਵਿੱਚ ਸਾਰੇ ਮਾਇਆ ਦੀਆਂ ਖੇਡਾਂ ਨੇ। ਮਾਇਆ ਵੀ ਸੰਸਾਰ ਹੈ, ਇਹ ਸਾਰਾ ਮਾਇਆ ਵੀ ਹੈ, ਅਤੇ ਮਾਇਆ ਦੀਆਂ ਖੇਡਾਂ ਹੋਣੀਆਂ। ਅਖਾੜੇ ਲੱਗੇ ਹੋਏ ਨੇ, ਜਿੱਦਾਂ ਖੇਡਾਂ ਹੁੰਦੀਆਂ। ਆ ਜਿਹੜਾ ਬੰਦਿਆਂ ਨੇ ਜੋ ਖੇਡਾਂ ਬਣਾਈਆਂ ਹੈਗੀਆਂ, ਜਦੋਂ ਓਲੰਪਿਕ ਖੇਡਾਂ ਚੱਲਦੀਆਂ, ਕਿਤੇ ਫੁੱਟਬਾਲ ਚੱਲਦਾ, ਕਿਤੇ ਹਾਕੀ ਚੱਲਦੀ, ਕਿਤੇ ਕ੍ਰਿਕਟ ਚੱਲਦੀ, ਕਿਤੇ ਕੁਸ਼ਤੀਆਂ ਚੱਲਦੀਆਂ, ਕਿਤੇ ਕੋਈ ਖੇਡ, ਕਿਤੇ ਕੋਈ ਖੇਡ। ਅਸੀਂ ਕਹਿੰਦੇ ਬੜੀਆਂ ਖੇਡਾਂ। ਕੁਛ ਵੀ ਨਹੀਂ, ਇਹ ਕੁਛ ਵੀ ਨਹੀਂ ਖੇਡਾਂ। ਹੁਣ ਜਿਹੜੇ ਅਖਾੜੇ ਮਾਇਆ ਨੇ ਲਾਏ ਹੋਏ ਨੇ, ਇਹ ਭਾਈ ਦੇਸ਼ ਵਿੱਚ, ਸਟੇਟਾਂ 'ਚ, ਸ਼ਹਿਰਾਂ 'ਚ, ਪਿੰਡਾਂ 'ਚ, ਘਰ ਘਰ ਉਸ ਦੀ ਖੇਡ ਦਾ ਅਖਾੜਾ ਹੈ। ਮਾਇਆ ਦੀ ਜਿਹੜੀ ਖੇਡ ਹੈ, ਹਰ ਇੱਕ ਘਰ ਉਸ ਦੀ ਖੇਡ ਦਾ ਅਖਾੜਾ ਹੈ। ਹੁਣ ਜਿਸ ਨੇ ਉਸ ਖੇਡ ਨੂੰ ਬੁੱਝ ਲਿਆ, ਸੋ ਉਹ ਤਾਂ ਨਿਕਲ ਜਾਊ, ਉਹ ਤਾਂ ਸਮਝ ਜਾਊਗਾ। ਨਾਲੇ ਜਿਹੜਾ ਖੇਡ ਨੂੰ ਬੁੱਝਦਾ ਜਿੱਤਦਾ ਵੀ ਉਹੀ ਹੈ, ਜਿਹੜਾ ਖੇਡ ਨੂੰ ਸਮਝਦਾ ਉਹ ਹਾਰ ਕੇ ਵੀ ਜਿੱਤਦਾ, ਹਾਰ ਕੇ ਵੀ ਜਦੋਂ ਹਾਰਦਾ ਨਿਰਾਸ਼ ਨਹੀਂ ਹੁੰਦਾ, ਉਹ ਵੇਖਦਾ ਮੈਂ ਹਾਰਿਆ ਕਿਉਂ ਹੈ, ਉਹ ਵੇਖਦਾ ਮੈਂ ਕਿਉਂ ਹਾਰਿਆ, ਕਿਉਂਕਿ ਧਿਆਨ ਆ, ਖੇਡ ਦੀ ਨੌਲੇਜ ਹੈ, ਸਮਝ ਹੈ। ਹੁਣ ਅਗਲੀ ਵਾਰੀ ਜਦੋਂ ਖੇਡਦਾ ਉਹ ਗਲਤੀਆਂ ਨਹੀਂ ਕਰਦਾ, ਜਿੱਤ ਜਾਂਦਾ ਜੀ। ਸੋ ਮਾਇਆ ਦੀ ਤਾਂ ਕੀ ਕਮਜ਼ੋਰੀ ਹੋਣੀ ਹੈ, ਨਹੀਂ ਤਾਂ ਦੂਸਰੇ ਖਿਡਾਰੀ ਦੀ ਕਮਜ਼ੋਰੀ ਵੇਖਦੇ, ਕਮਜ਼ੋਰੀ ਸਾਡੇ 'ਚ ਹੀ ਹੁੰਦੀ ਹੈ। ਮਾਇਆ ਦੀ ਕਾਹਦੀ ਕਮਜ਼ੋਰੀ ਹੈ? ਮਾਇਆ ਤਾਂ ਆਪਣੇ ਕੰਮ 'ਚ ਪਰਫੈਕਟ ਆ। ਸੋ ਕਮਜ਼ੋਰੀ ਇੱਕੋ ਹੀ ਹੈ, ਇਹ ਭਾਈ ਉਹ ਰੱਬ ਦੇ ਅੱਗੇ ਹੁਕਮ ਮੰਨਦੀ ਹੈ, ਇਹ ਉਹਦਾ ਗੁਣ ਹੈ, ਕਮਜ਼ੋਰੀ ਨਹੀਂ ਮਾਇਆ ਦਾ, ਕਿ ਉਹ ਰੱਬ ਦੇ ਹੁਕਮ ਦੇ ਵਿੱਚ ਚੱਲਦੀ ਹੈ। ਫਿਰ ਕਿੱਡਾ ਵੱਡਾ ਮਾਇਆ ਦਾ ਗੁਣ ਹੈ। ਸੋ ਜਿਹੜਾ ਮਾਇਆ ਦੇ ਕਲੋਲਾਂ ਨੂੰ ਸਮਝ ਜਾਂਦਾ, ਅਤੇ ਜਿਹੜੀ ਮਾਇਆ ਉਹਦੀ ਦਾਸੀ ਬਣ ਜਾਂਦੀ ਹੈ। ਛੋਟਾ ਜਿਹਾ ਗੁਣ ਥੋੜ੍ਹੀ ਹੈ, ਬਹੁਤ ਵੱਡਾ ਗੁਣ ਹੈ। ਐਡੀ ਵੱਡੀ ਤਾਕਤ ਹੋਵੇ ਅਤੇ ਉਹ ਫਿਰ ਦਾਸੀ ਬਣ ਜਾਵੇ। ਜੀ ਤਾਕਤਵਰ ਬੰਦਾ ਕਿੱਥੇ ਦਾਸ ਬਣਦਾ? ਨਹੀਂ ਬਣਦਾ ਹੈ। ਮਹਾ ਕਲੋਲ ਬੁੱਝ ਹੈ ਮਾਇਆ ਕੇ, ਇਹਦੇ ਬੜੇ ਕਲੋਲ ਨੇ, ਮਹਾ ਕਲੋਲ ਨੇ। ਜਿਹੜਾ ਬੁੱਝ ਜਾਂਦਾ ਹੈ, ਕਰ ਕਿਰਪਾ ਮੇਰੇ ਦੀਨ ਦਿਆ। ਸੋ ਇੱਥੇ ਰਾਰੇ ਨੂੰ ਹੁਸ਼ਿਆਰੀ ਹੋਣ ਕਰਕੇ ਕਰੀ ਕਿਰਪਾ, ਮਤਲਬ ਬੁੱਝ ਗਿਆ ਉਹਨੇ। ਕਿਰਪਾ ਜਦੋਂ ਕੀਤੀ, ਜਦੋਂ ਹੁਸ਼ਿਆਰੀ ਆ ਜਾਂਦੀ, ਇਹਦਾ ਮਤਲਬ ਵੀ ਇਹ ਘਟਨਾ ਹੋ ਗਈ, ਵਾਪਰ ਗਈ। ਜਾਂ ਨੂੰ ਕਰ ਕਿਰਪਾ, ਕਿਰਪਾ ਕਰ ਦਿਓ ਜੀ, ਉਹ ਕਿਰਪਾ ਮੰਗੀ ਦੀ ਜਿਹੜੀ ਹੁਸ਼ਿਆਰੀ ਨਹੀਂ ਹੁੰਦੀ। ਇੱਥੇ ਕਿਰਪਾ ਹੋ ਗਈ, ਕਰੀ ਕਿਰਪਾ। ਜਿਨ੍ਹਾਂ 'ਤੇ ਕਿਰਪਾ ਨਹੀਂ ਹੋਈ ਉਹਨਾਂ ਨੇ ਕਿਰਪਾ ਮੰਗਣੀ ਹੁੰਦੀ ਹੈ। ਹੁਣ ਜਿਨ੍ਹਾਂ 'ਤੇ ਕਿਰਪਾ ਹੋ ਗਈ, ਮਾਇਆ ਦੇ ਕਲੋਲਾਂ ਨੂੰ ਬੁੱਝਣ ਲੱਗ ਪਏ, ਉਹਨੂੰ ਤਾਂ ਕਹਿਣਾ ਤੂੰ ਕਿਰਪਾ ਕੀਤੀ ਤਾਂ ਪਤਾ ਲੱਗਾ, ਨਹੀਂ ਤਾਂ ਮੈਨੂੰ ਮਾਇਆ ਦੇ ਕਲੋਲ ਨਹੀਂ ਸੀ ਸਮਝ ਪੈਂਦੇ ਹੁੰਦੇ। ਤੂੰ ਮੇਰੇ 'ਤੇ ਰਹਿਮਤ ਕਰਦੀ ਨਹੀਂ, ਰਹਿਮਤ ਉਹ 'ਤੇ ਕਰਦਾ ਦੀਨ ਬਣ ਜਾਂਦਾ, ਉਹ 'ਤੇ ਦਇਆ ਕਰਦਾ। ਆਪਣਾ ਨਾਮ ਦੇਹ ਜਪ ਜੀਵਾ, ਪੂਰਨ ਹੋਏ ਦਾਸ ਕੀ ਕਾਲ। ਮਸ਼ੱਕਤ ਹੈ ਬਾਣੀ ਪੜ੍ਹਨੀ, ਨਾਮ ਜਪਣਾ, ਸੇਵਾ ਸਿਮਰਨ ਸੰਗਤ, ਬੜੀ ਤਕੜੀ ਮਸ਼ੱਕਤ ਹੈ। ਅਤੇ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਦਿਨ ਰਾਤ ਇਹ ਮਸ਼ੱਕਤ ਕਰਦੇ ਨੇ, ਦਿਨ ਰਾਤ। ਜਿੱਦਾਂ ਸੋ ਕੋਈ ਬੰਦਾ ਦੁਨਿਆਵੀ ਕੰਮ ਕਰਦਾ, ਮਿਹਨਤ ਕਰਦਾ, ਮਸ਼ੱਕਤ ਕਰਦਾ ਹੈ, ਉਹ ਮਸ਼ੱਕਤ ਕਰਨ ਦਾ ਤਦ ਹੀ ਫਾਇਦਾ ਜੇ ਉਹਦੇ ਪੱਲੇ ਕੁਝ ਧਨ ਪੈਂਦਾ। ਜੇ ਧਨ ਪੈਂਦਾ ਹੀ ਨਹੀਂ ਫਿਰ ਤਾਂ ਬੇਕਾਰ ਹੀ ਹੈ, ਫਿਰ ਕਾਹਦੀ ਮਸ਼ੱਕਤ ਹੈ। ਸੋ ਇਸੇ ਤਰ੍ਹਾਂ ਨਾਮ ਜਪਦਾ, ਬਾਣੀ ਪੜ੍ਹਦਾ, ਸੇਵਾ ਸਿਮਰਨ ਕਰਦਾ, ਭਾਈ ਉਹ ਜਿਹੜੀ ਘਾਲਣਾ ਮਸ਼ੱਕਤ ਇਹ ਕਰਦਾ ਪਿਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਇਹ ਤਦ ਹੀ ਵੀ ਜੇ ਨਾਮ ਮਿਲ ਜਾਵੇ, ਹੈ ਨਾ, ਪੂਰਨ ਹੋਏ ਦਾਸ ਕੀ ਕਾਲ, ਵੀ ਉਹਦਾ ਨਾਮ ਤਾਂ ਮਿਲੇ, ਉਹ ਸੁਰਤੀ ਤਾਂ ਲੱਗੇ। ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਉਹਨਾਂ ਦੀ ਸੁਰਤੀ ਜੁੜਦੀ, ਲਿਵ ਉਹਨਾਂ ਦੀ ਲੱਗਦੀ ਹੁੰਦੀ ਹੈ। ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਉਹਨਾਂ ਦਾ ਸੰਬੰਧ ਵਿਕਾਰਾਂ ਤੋਂ ਟੁੱਟ ਜਾਂਦਾ, ਵਿਕਾਰ ਉਹਨਾਂ ਦੇ ਦੂਰ ਹੁੰਦੇ ਨੇ।
ਜੇ ਵਿਕਾਰ ਹਨ, ਨਾਮ ਨਹੀਂ ਮਿਲਿਆ, ਅਜੇ ਘਾਲਣਾ ਹੋ ਰਹੀ ਹੈ, ਮੁਸ਼ੱਕਤ ਹੋ ਰਹੀ ਹੈ, ਅਜੇ ਸੁਰਤੀ ਨਹੀਂ ਜੁੜਦੀ, ਲਿਵ ਨਹੀਂ ਜੁੜਦੀ ਅਜੇ। ਇਹਦਾ ਮਤਲਬ ਅਜੇ ਘਾਲਣਾ ਹੈ, ਮੁਸ਼ੱਕਤ ਹੈ। ਅਤੇ ਜਦੋਂ ਸੁਰਤੀ ਜੁੜਦੀ ਹੈ, ਪੂਰਨ ਹੋ ਜਾਂਦੀ ਦੀ ਘਾਲ, ਨਾਮ ਮਿਲ ਜਾਂਦਾ, ਸੁਰਤੀ ਜੁੜਦੀ, ਲਿਵ ਲੱਗਦੀ, ਹੁਣ ਫਿਰ ਉੱਦਾਂ ਨਹੀਂ ਮੁਸ਼ੱਕਤ ਛੱਡਦਾ, ਫਿਰ ਘਾਲਣਾ ਛੱਡਦਾ ਹੀ ਨਹੀਂ। ਫਿਰ ਜੇ ਅੱਗੇ 1 ਗੁਣ ਕੱਢਦਾ ਸੀ, ਹੁਣ 10-10 ਗੁਣਾ ਕੱਢਦਾ ਅੱਗੇ ਨਾਲੋਂ ਵੀ, ਕਿਉਂਕਿ ਇਹ 'ਚ ਰਸ ਹੈ, ਆਨੰਦ ਹੈ, ਜੀਵਨ ਹੀ ਕਹਿੰਦਾ ਇਹ ਹੈ। ਉਹਦਾ ਨਾਮ ਜਪਣਾ ਹੀ ਜ਼ਿੰਦਗੀ ਹੈ, ਜੀਵਨ ਹੈ। ਜਿੱਦਾਂ ਸਾਹ ਲੈਂਦੇ ਆ ਫਿਰ ਜੀਵਨ ਹੈ। ਇਹਦਾ ਬਾਣੀ ਹੀ ਮੇਰਾ ਸਾਹ ਆ, ਜੇ ਮੈਂ ਬਾਣੀ ਪੜ੍ਹਦਾ ਮੇਰਾ ਜੀਵਨ ਹੈ। ਕਿਉਂ? ਕਿਉਂਕਿ ਉਹਨੂੰ ਬਾਣੀ ਦੇ ਦਿੱਤੀ, ਹੁਣ ਉਹਨੂੰ ਪੂਰਨ ਗਿਆਨ ਦੇ ਦਿੱਤਾ, ਉਹਦੀ ਘਾਲਣਾ ਪੂਰਨ ਹੋ ਗਈ। ਸਰਬ ਮਨੋਰਥ ਰਾਜ ਸੁਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ। ਮਹਾਰਾਜ ਕਹਿੰਦੇ ਵੀ ਜੇ ਤੂੰ ਚਾਹੁੰਦਾ ਵੀ ਤੇਰੀ ਜ਼ਿੰਦਗੀ ਦੇ ਵਿੱਚ ਕਦੀ ਸੋਗ ਨਾ ਆਵੇ, ਕਦੀ ਦੁੱਖ ਨਾ ਆਵੇ, ਕਦੀ ਤਕਲੀਫ ਨਾ ਆਵੇ, ਹਮੇਸ਼ਾ ਖੁਸ਼ੀ, ਆਨੰਦ, ਮੰਗਲਾਚਾਰ ਬਣਿਆ ਰਹੇ, ਸਾਧ ਖੁਸ਼ੀਆਂ, ਜੇ ਤੂੰ ਸਾਧ ਖੁਸ਼ੀਆਂ ਚਾਹੁੰਦਾ, ਫਿਰ ਤੂੰ ਚਾਹੁੰਦਾ ਸਰਬ ਮਨੋਰਥ, ਸਾਰੇ ਮਨੋਰਥ ਤੇਰੇ ਪੂਰਨ ਹੋਣ, ਰਾਜ ਸੁਖ ਰਸ, ਜਿੱਦਾਂ ਦੇ ਸੁੱਖ ਰਾਜਿਆਂ ਦੇ ਕੋਲ ਨੇ, ਜਿੱਦਾਂ ਦੇ ਸੋ ਪਦਾਰਥ ਰਾਜੇ ਭੋਗਦੇ ਨੇ, ਹੈ ਨਾ, ਰਾਜਿਆਂ ਵਰਗਾ ਸੁੱਖ ਕੇਵਲ ਰਾਜਾ ਬਣ ਕੇ ਵੀ ਰਾਜੇ ਵਰਗਾ ਸੁੱਖ ਨਹੀਂ ਇਹ ਭੋਗ ਸਕਦਾ। ਰਾਜਾ ਤਾਂ ਬਣ ਗਿਆ, ਬਗਾਵਤਾਂ ਹੋ ਰਹੀਆਂ ਨੇ, ਮੁਹਿੰਮਾਂ 'ਤੇ ਲੱਗਾ ਰਹਿੰਦਾ, ਯੁੱਧਾਂ 'ਚ ਆਪਣੇ ਮੁਲਕ 'ਚ ਸ਼ਾਂਤੀ ਕਰਨ 'ਤੇ ਲੱਗਾ ਰਹਿੰਦਾ, ਕਦੀ ਕਿਤਿਓਂ ਹੜਤਾਲਾਂ ਹੋ ਗਈਆਂ, ਕਦੀ ਕਿਤਿਓਂ ਬਗਾਵਤਾਂ ਹੋ ਗਈਆਂ। ਸੋ ਉਹ ਰਾਜ ਤਾਂ ਹੈ, ਪਰ ਰਾਜ ਦਾ ਸੁੱਖ ਨਹੀਂ ਹੈ। ਰਾਜ ਹੋਵੇ ਅਤੇ ਰਾਜ ਦਾ ਸੁੱਖ ਵੀ ਹੋਵੇ, ਫਿਰ ਹੈ, ਫਿਰ ਗੱਲ ਬਣਦੀ ਹੈ। ਸੋ ਕਈਆਂ ਨੂੰ ਰਾਜ ਤਾਂ ਨਹੀਂ ਮਿਲਿਆ, ਪਰ ਰਾਜਿਆਂ ਦਾ ਸੁੱਖ ਮਿਲ ਗਿਆ, ਰਾਜਿਆਂ ਦਾ ਸੁੱਖ ਮਿਲ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਰ ਨਾਮ ਮਨ ਭਿੰਨਾ, ਰਾਜਾ ਸਗਲੀ ਸ੍ਰੇਸ਼ਟ ਕਾ। ਉਹ ਹੁਣ ਉਹਦੇ ਕੋਲ ਹੈ ਵੀ ਕੁੱਲੀ, ਫਟੇ ਪੁਰਾਣੇ ਕੱਪੜੇ ਪਾਉਂਦਾ, ਮਨ ਭਿੱਜਿਆ ਹੋਇਆ, ਅਤੇ ਉਹਦੇ ਨਾਲ ਸਗਲ ਸ੍ਰਿਸ਼ਟ ਦਾ ਜਿਹੜਾ ਰਾਜਾ ਨਾ, ਸੋ ਉਹਨੂੰ ਸੁੱਖ ਪ੍ਰਾਪਤ ਹੋ ਜਾਂਦਾ। ਜੇ ਤੂੰ ਚਾਹੁੰਦਾ ਹਮੇਸ਼ਾ ਖੁਸ਼ੀਆਂ ਬਣੀਆਂ ਰਹਿਣ, ਸਾਰੇ ਤੇਰੇ ਮਨੋਰਥ ਪੂਰੇ ਹੋਣ, ਰਾਜ ਸੁਖ ਰਸ ਇਹ ਤੇਰਾ ਬਣਿਆ ਰਹੇ, ਮਹਾਰਾਜ ਕਹਿੰਦੇ ਕੀਰਤਨ ਜਪ ਨਾਮ, ਉਹਦੀ ਕੀਰਤੀ ਕਰ, ਉਹਦੀ ਉਸਤਤੀ ਕਰ। ਉਹ ਕਿਵੇਂ ਆ? ਕਹਿੰਦੇ ਨਾਮ ਜਪਣਾ, ਉਹਦੀ ਜਾਣਕਾਰੀ, ਉਹਦੀ ਸਮਝ, ਉਹਦਾ ਬ੍ਰਹਮ ਗਿਆਨ, ਇਹਦੇ ਵਿੱਚ ਆ ਕਹਿੰਦੇ ਸਾਰਾ ਕੁਝ ਹੈ। ਜਿਸ ਕੇ ਕਰਮ ਲਿਖਿਆ ਧੁਰ ਕਰਤੈ, ਨਾਨਕ ਜਨ ਕੇ ਪੂਰਨ ਕਾਮ। ਹੁਣ ਜਿਹਦੇ ਧੁਰ ਦੇ ਲੇਖ ਕਰਤੇ ਪੁਰਖ ਨੇ ਇਹ ਲੇਖ ਲਿਖੇ ਹੋਏ ਹੁੰਦੇ ਨੇ, ਉਸ ਭਗਤ ਦੇ, ਉਸ ਜਨ ਦੇ ਇਹ ਪੂਰਨ ਕੰਮ ਹੁੰਦੇ ਨੇ। ਮੰਨ ਲਓ ਉਹਦੇ ਸਾਰੇ ਕੰਮ ਪੂਰੇ ਹੋ ਜਾਂਦੇ, ਉਹਦਾ ਕੰਮ ਕੋਈ ਅਧੂਰਾ ਨਹੀਂ ਰਹਿ ਜਾਂਦਾ। ਰੱਬ ਨੂੰ ਪਾ ਲਿਆ, ਸਾਰੇ ਕੰਮ ਹੋ ਗਏ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਏ। ਜਿਹਨੇ ਸਤਿਗੁਰੂ ਨੂੰ ਪਾ ਲਿਆ, ਸਾਰੇ ਕੰਮ ਪੂਰਨ ਹੋ ਗਏ। ਕੋਈ ਇੱਛਾ ਨਹੀਂ, ਕੋਈ ਚਾਹਤ ਨਹੀਂ, ਅਤੇ ਕੋਈ ਹੁਣ ਲੋੜ ਹੀ ਨਹੀਂ ਰਹਿ ਗਈ। ਉਹਦੇ ਸਾਰੇ ਕਾਰਜ ਜੋ ਸਾਰੇ ਪੂਰੇ ਹੋ ਗਏ। ਪਰ ਉਹਨਾਂ 'ਤੇ ਜਿਨ੍ਹਾਂ ਦੇ ਮਸਤਕ ਦੇ ਉੱਤੇ ਧੁਰ ਤੋਂ ਇਹ ਸ਼ੁਭ ਕਰਮ ਲਿਖਿਆ ਹੋਇਆ ਹੁੰਦਾ ਹੈ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਮਿਹਰ ਕਿਰਪਾ ਕੀਤੀ ਹੈ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਬਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਥਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ।
ਕਹੈ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰੋ ਕਰੀ ਤੇਰਾ ਕਾਰ ਸਭ ਸਵਾਰਣਾ। ਸਭ ਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਹਿਬਾ ਕਿਆ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਾਰ ਤੇਰੇ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਾ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਾਲਾ ਜਿਤ ਕਰ ਧਾਰਿਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੋ ਆਤਿਤ ਕਰ ਅਨਹਦ ਵਾਜੇ। ਅਨੁ ਸੁਣੋ ਬਡ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ। ਬੈਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬੈਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਉ। ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ। ਵਾਹਿਗੁਰੂ। ਵਾਹਿਗੁਰੂ। ਵਾਹਿਗੁਰੂ।
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਖਾਲਸਾ ਤਵੀ ਚਲਾਇਓ ਪੰਥ, ਗੁਰੂ ਮਾਨਿਓ ਗ੍ਰੰਥ, ਪ੍ਰਗਟ ਗੁਰਾਂ ਕੀ ਦੇ। ਹਾਕੀ ਰਹੇ ਨਾ ਕੋਏ, ਬਚੇ ਸ਼ਰਨ ਜੋ ਹੋਏ, ਚੜੇ ਸੋ ਤਰੇ ਪਾਰ। ਕਲਗੀ ਸੋ ਹੈ ਸੀਸ, ਗੁਰੂ ਕਲਗੀ ਧਾਰ ਜਗਦੀਸ਼। ਸਤਿ ਸ੍ਰੀ ਅਕਾਲ। ਆਟਾ ਗੁੱਝ ਗਿਆ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਬਖਾਨਾ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟਿਐ। ਤੁਧ ਡਿਠੇ ਸੱਚੇ ਹੈ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਐ। ਸੋਰਠ ਮਹੱਲਾ ਪੰਜਵਾ। ਘਰ ਦੂਜਾ ਚੌਪ ਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਏਕ ਪਿਤਾ ਏਕ ਸਕੇ ਹੰਬਾਰਿਕ, ਤੂੰ ਮੇਰਾ ਗੁਰ ਹਾਈ। ਏਕ ਪਿਤਾ ਏਕ ਸਕੇ ਹੰਬਾਰਿਕ, ਤੂੰ ਮੇਰਾ ਗੁਰ ਹਾਈ। ਸੁਣ ਮੀਤਾ ਜਿਉ ਹਮਾਰਾ ਬਲਬਲ ਜਾਸੀ, ਹਰ ਦਰਸ਼ਨ ਦੇ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ, ਏ ਮਨ ਤੇਰਾ ਭਾਈ ਰਹਾ। ਪਾਵ ਮਲੋਵਾ ਮਲ ਮਲ ਧੋਵਾ, ਏ ਮਨ ਤੈ ਕੂ ਦਿਸ਼ਾ। ਸੁਣ ਮੀਤਾ ਹਉ ਤੇਰੀ ਸ਼ਰਣਾਈ ਆਇਆ, ਪ੍ਰਭ ਮਿਲੋ ਦੇਹ ਉਪਦੇਸ਼ਾ। ਮਾਨ ਨ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ, ਇਉ ਦਰਸ਼ਨ ਹਰ ਜੀਉ ਪਾਈਐ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।